ਹੈਲੋ ਦੋਸਤੋ, ਅੱਜ ਆਪਾਂ ਪੋਲਿਟੀ ਦਾ ਟੌਪਿਕ ਕਰਨਾ ਜਿਹਦੇ 'ਚ ਆਪਾਂ ਕਰਾਂਗੇ ਮੋਸਟ ਇੰਪੋਰਟੈਂਟ ਆਰਟੀਕਲ ਜਿਹੜੇ ਨਿਊਜ਼ ਦੇ ਵਿੱਚ ਅਕਸਰ ਰਹੇ ਨੇ। ਕਿਉਂਕਿ ਪੋਲਿਟੀ ਦੇ ਵਿੱਚ ਤੁਹਾਨੂੰ ਡਾਇਰੈਕਟਲੀ ਆਰਟੀਕਲ ਵੀ ਪੁੱਛੇ ਜਾਂਦੇ ਆ। ਈਵਨ ਕੋਈ ਵੀ ਐਗਜ਼ਾਮ ਹੋਵੇ ਤੁਹਾਡਾ UPSC ਆ, PPSC ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਕੋਈ ਐਗਜ਼ਾਮ ਆ, ਪੋਲਿਟੀ ਆਉਂਦੀ ਆ ਵਨ ਲਾਈਨਰ ਦੇ ਰੂਪ ਦੇ ਵਿੱਚ ਵੀ ਇਹ ਵਾਲੇ ਬਣਦੇ ਆ ਔਰ ਇਹਨਾਂ ਤੋਂ ਸਟੇਟਮੈਂਟ ਵਾਲੇ ਕੁਐਸਚਨ ਵੀ ਬਣਦੇ ਆ। ਤਾਂ ਬੱਚੇ ਇਹ ਆਪਾਂ ਹੁਣ ਟੌਪਿਕ ਜਿਹੜਾ ਅੱਜ ਕਰਨਾ ਨਾਲੇ ਤਾਂ ਕਰੰਟ ਦਾ ਟੌਪਿਕ ਰਹੂਗਾ ਔਰ ਨਾਲ ਹੀ ਆਪਣਾ ਪੋਲਿਟੀ ਇਹਦੇ ਵਿੱਚ ਕਵਰ ਹੋ ਜੂਗੀ। ਜਿਹੜਾ ਆਰਟੀਕਲ ਹੋਊਗਾ ਉਹਦੇ ਬਾਰੇ ਬੇਸਿਕ ਫੈਕਟ ਜਿੰਨੇ ਹੋਣਗੇ ਮੈਂ ਤੁਹਾਨੂੰ ਉਹ ਕਵਰ ਕਰਵਾਵਾਂਗਾ, ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਬਾਕੀ ਬੱਚੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਪਲੀਜ਼ ਉਹ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਹਰੇਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਹੁਣ ਦੇਖੋ ਅੱਜ ਦਾ ਆਪਣਾ ਕੰਟੈਂਟ ਆ ਜਾਂ ਟੌਪਿਕ ਨੇ ਜਿਹੜੇ ਆਪਾਂ ਕਵਰ ਕਰਾਂਗੇ ਕਿਹੜੇ ਆਰਟੀਕਲ ਨੇ। ਆਰਟੀਕਲ 105 124 ਦਾ ਸਬ ਕਲੌਜ਼ 1 131 222 223 ਔਰ ਇਹਨਾਂ ਦੇ ਬੇਸਿਕ ਫੈਕਟਸ। ਇਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਆਰਟੀਕਲ ਨੇ, ਤਕਰੀਬਨ ਆਪਾਂ 8 ਤੋਂ 10 ਇੰਪੋਰਟੈਂਟ ਆਰਟੀਕਲ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਣੇ ਆ। ਓਕੇ, ਤਾਂ ਇਹਦੇ 'ਚ ਬਿਨਾਂ ਕਿਸੇ ਦੇਰੀ ਤੋਂ ਆਪਾਂ ਸਟਾਰਟ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਜਿਹੜਾ ਆਰਟੀਕਲ ਦੀ ਆਪਾਂ ਗੱਲ ਕਰਨੀ ਆ ਉਹ ਹੈਗੀ ਆ ਆਰਟੀਕਲ ਨੰਬਰ 105। ਇਹ ਪੋਲਿਟੀ ਦੇ ਵਿੱਚੋਂ ਪੋਲਿਟੀ ਪਲੱਸ ਕਰੰਟ ਦਾ ਟੌਪਿਕ ਆ ਬੱਚੇ ਜਿਹੜਾ ਹੁਣ ਆਪਾਂ ਕਵਰ ਕਰ ਰਹੇ ਹਾਂ। ਤਾਂ ਇਹਦੇ 'ਚੋਂ ਆਰਟੀਕਲ 105 ਆ। ਦੇਖੋ ਤੁਹਾਡੇ ਕੋਲ ਫੈਕਟ ਇੱਥੇ ਸਾਰੇ ਹੋਣਗੇ। ਆਪਣੇ ਜਿਹੜਾ ਪਾਰਲੀਮੈਂਟਰੀ ਦੇ ਪ੍ਰਿਵਿਲੇਜਸ ਨੇ ਉਹ ਆਪਾਂ ਕਿੱਥੋਂ ਬੋਰੋ ਕੀਤੇ ਆ, ਉਹ ਆਪਾਂ ਕੀਤੇ ਨੇ ਬ੍ਰਿਟਸ ਤੋਂ। ਔਰ ਬ੍ਰਿਟਸ ਤੋਂ ਆਪਾਂ ਹੋਰ ਕੀ ਬੋਰੋ ਮਤਲਬ ਹੁੰਦਾ ਕਿ ਉਹਨਾਂ ਤੋਂ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਉਧਾਰ ਲੈ ਕੇ ਪਾਈਆਂ ਨੇ। ਠੀਕ ਆ, ਜਾਂ ਮਤਲਬ ਉੱਥੋਂ ਅਸੀਂ ਕਾਪੀ ਕੀਤੀਆਂ, ਅਡੋਪਟ ਕੀਤੀਆਂ ਨੇ। ਤਾਂ ਪਾਰਲੀਮੈਂਟਰੀ ਗਵਰਨਮੈਂਟ ਇੱਥੋਂ ਲਈ ਆ, ਰੂਲ ਆਫ ਲਾਅ, ਲੈਜਿਸਲੇਟਿਵ ਪ੍ਰੋਸੀਜਰ, ਸਿੰਗਲ ਸਿਟੀਜ਼ਨਸ਼ਿਪ, ਕੈਬਨਿਟ ਸਿਸਟਮ। ਠੀਕ ਆ, ਤਾਂ ਰਿਟ ਨੇ ਜਿਹੜੀਆਂ ਵੀ ਔਰ ਆਪਣੇ ਬਾਈ ਕੈਮਰਲਿਜ਼ਮ। ਤਾਂ ਇਹ ਚੀਜ਼ਾਂ ਅਸੀਂ ਸਾਰੀਆਂ ਕਿੱਥੋਂ ਲਈਆਂ ਨੇ? ਬ੍ਰਿਟੇਨ ਤੋਂ ਅਡੋਪਟ ਕੀਤੀਆਂ ਨੇ ਉਹਨਾਂ ਦੇ ਕੌਂਸਟੀਟਿਊਸ਼ਨ ਤੋਂ। ਤਾਂ ਕਲੀਅਰ ਆ? ਤਾਂ ਹੁਣ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਬ੍ਰਿਟਸ ਦਾ ਕੌਂਸਟੀਟਿਊਸ਼ਨ ਆ ਕੀ ਉਹ ਰਿਟਨ ਆ ਜਾਂ ਫਿਰ ਅਨਰਿਟਨ ਆ। ਅਤੇ ਇਹ ਕੁਐਸਚਨ ਤੁਹਾਡੇ ਲਈ ਆ। ਔਰ ਆਪਾਂ ਗੱਲ ਕੀਤੀ ਸਿੰਗਲ ਸਿਟੀਜ਼ਨਸ਼ਿਪ ਦੀ, ਔਰ ਸਿਟੀਜ਼ਨਸ਼ਿਪ ਦੇ ਬਾਰੇ ਬੱਚੇ ਆਲਰੇਡੀ ਮੈਂ ਤੁਹਾਨੂੰ MCQ ਜਦੋਂ ਪੋਲਿਟੀ ਦੇ ਕਰਵਾਏ ਸੀ ਦੈਨ ਉਹਦੇ 'ਚ ਮੈਂ ਤੁਹਾਨੂੰ ਸਿਟੀਜ਼ਨਸ਼ਿਪ ਬਾਰੇ ਕਰਵਾਏ ਸੀ। ਤੁਹਾਨੂੰ ਮੈਂ ਦੱਸਿਆ ਸੀ NRI ਕੀ ਹੁੰਦਾ ਔਰ ਸਿਟੀਜ਼ਨਸ਼ਿਪ ਕਿੰਨੇ ਤਰੀਕਿਆਂ ਦੇ ਨਾਲ ਮਿਲਦੀ ਆ। ਔਰ ਮੈਂ ਤੁਹਾਨੂੰ ਇਹਦੇ ਬਾਰੇ ਇੱਕ ਕੁਐਸਚਨ ਵੀ ਪੁੱਟ ਕੀਤਾ ਸੀ ਕਿ ਤੁਸੀਂ ਇਹਦੇ ਬਾਰੇ ਇਹ ਚੀਜ਼ ਤੁਸੀਂ ਦੱਸਣੀ ਸੀ। ਤਾਂ ਉਹ ਬੱਚੇ ਵੀਡੀਓ ਤੁਸੀਂ ਉਹ ਵੀ ਪਹਿਲਾਂ ਵਾਲੀਆਂ ਜਿਹਨੇ ਨਹੀਂ ਦੇਖੀਆਂ ਉਹਨਾਂ ਨੂੰ ਦੇਖ ਲਿਓ। ਬਾਕੀ ਗਵਰਨਮੈਂਟ ਆਫ ਇੰਡੀਆ ਐਕਟ 1935 ਦਾ ਜਿਹੜਾ ਐਕਟ ਸੀਗਾ, ਗਵਰਨਮੈਂਟ ਆਫ ਇੰਡੀਆ ਐਕਟ 1935, ਤਾਂ ਇਹਨੇ ਕੀਤਾ ਸੀ ਫਰੀडम ਦਿੱਤੀ ਸੀ ਸਪੀਚ ਇਨ ਦਾ ਲੈਜਿਸਲੇਚਰ। ਤਾਂ ਹੁਣ ਇਹ ਬੜਾ ਇੰਪੋਰਟੈਂਟ ਫੈਕਟ ਆ, ਇਹਦੇ ਬਾਰੇ ਵੀ ਆਪਾਂ ਅੱਜ ਗੱਲ ਕਰਨੀ ਆ। ਤਾਂ 105 ਨੰਬਰ ਆਰਟੀਕਲ ਦੀ ਆਪਾਂ ਗੱਲ ਕਰ ਰਹੇ ਹਾਂ ਆਪਣੇ ਸੰਵਿਧਾਨ ਦੀ। ਠੀਕ ਆ, ਤਾਂ ਇਹਦੇ 'ਚ ਬੱਚੇ ਦੇਖੋ ਇਹ ਆਰਟੀਕਲ ਦੇ ਬਾਰੇ ਤਾਂ ਕੁਝ ਫੈਕਟ ਨੇ ਜਿਹੜੇ ਮੈਂ ਤੁਹਾਨੂੰ ਇੱਥੇ ਸ਼ੋਅ ਕਰ ਹੀ ਰਿਹਾ। ਤਾਂ ਤੁਸੀਂ ਇਹਨਾਂ ਨੂੰ ਬੱਚੇ ਬਾਅਦ ਦੇ ਵਿੱਚ ਤੁਸੀਂ ਫੈਕਟ ਆ ਜਿਹੜੇ ਮੈਂ ਤੁਹਾਨੂੰ ਇੱਕ ਆਪਣੀ ਸਿੰਪਲ ਭਾਸ਼ਾ ਦੇ ਵਿੱਚ ਸਮਝਾ ਦਿੰਦਾ। ਜਿਨ੍ਹਾਂ ਨੂੰ ਇਹ ਚਾਹੀਦਾ ਹੋਇਆ ਤੁਸੀਂ ਬਾਅਦ ਦੇ ਵਿੱਚ ਪਾਊਜ਼ ਕਰਕੇ ਇਹਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ। ਦੇਖੋ ਬੱਚੇ ਪ੍ਰਿਵਿਲੇਜਸ ਆਰਟੀਕਲ 105 ਦੇ ਵਿੱਚ ਆ ਔਰ ਇਹਦੇ 'ਚ ਇਹਦੀਆਂ ਪਾਵਰਸ, ਪ੍ਰਿਵਿਲੇਜਸ ਆਫ ਦਾ ਹਾਊਸ, ਇਹਦੇ ਮੈਂਬਰ ਜਾਂ ਫਿਰ ਕਮੇਟੀਆਂ ਦੇ ਮੈਂਬਰ ਉਹਨਾਂ ਦੇ ਪ੍ਰਿਵਿਲੇਜਸ ਨੇ ਜਿਹੜੇ ਉਹ ਆਰਟੀਕਲ 105 ਦੇ ਵਿੱਚ ਆਉਂਦੇ ਆ। ਠੀਕ ਆ, ਤਾਂ ਹੁਣ ਇਹ ਨਿਊਜ਼ ਦੇ ਵਿੱਚ ਸੀ। ਤਾਂ ਨਿਊਜ਼ ਦੇ ਵਿੱਚ ਕਿਉਂ ਸੀ ਉਹ ਆਪਣੇ ਲਈ ਇੰਨਾ ਜ਼ਰੂਰੀ ਨਹੀਂ ਹੈਗਾ ਕਿਉਂਕਿ ਕੁਐਸਚਨ ਦੇ ਵਿੱਚ ਤੁਹਾਨੂੰ ਇਹੀ ਬਣਨਾ ਸੀ ਇਨ ਦਾ ਨਿਊਜ਼ ਕਿ ਨਿਊਜ਼ ਦੇ ਵਿੱਚ ਇਹ ਚੀਜ਼ ਦੇਖੀ ਗਈ। ਠੀਕ ਆ, ਤਾਂ ਉਦੋਂ ਬਾਅਦ ਉਹ ਚੀਜ਼ ਟੌਪਿਕ ਦਾ ਨਾਮ ਹੁੰਦਾ ਕਿ ਆਹ ਵਾਲਾ ਜਿਵੇਂ ਹੁਣ ਆਰਟੀਕਲ ਆ ਗਿਆ ਤੁਹਾਨੂੰ 105 ਨਿਊਜ਼ ਦੇ ਵਿੱਚ ਸੀ, 4-5 ਆਪਸ਼ਨਾਂ ਨੇ ਤੁਹਾਡੇ ਕੋਲ, ਦੱਸੋ ਇਹਨਾਂ ਦੇ ਵਿੱਚੋਂ ਕੀ ਕਰੈਕਟ ਆ। ਠੀਕ ਆ, ਤਾਂ ਪ੍ਰਿਵਿਲੇਜਸ ਹੁੰਦਾ ਕੀ ਆ? ਇਹ ਉਹ ਸਪੈਸ਼ਲ ਰਾਈਟ ਜਾਂ ਇਮਿਊਨਿਟੀ ਜਾਂ ਛੋਟ ਹੁੰਦੀਆਂ ਨੇ ਜਿਹੜੀਆਂ ਇੰਜੋਏ ਕਰਦੇ ਨੇ ਦੋਨੇ ਹਾਊਸਾਂ ਦੇ ਮੈਂਬਰ ਜਾਂ ਫਿਰ ਜਿਹੜੀਆਂ ਕਮੇਟੀਆਂ ਬਣਦੀਆਂ ਜਾਂ ਫਿਰ ਉਹਨਾਂ ਦੇ ਮੈਂਬਰ। ਹੁਣ ਇਹਨਾਂ ਦੇ ਲਈ ਦੇਖੋ ਬੱਚੇ ਇੱਕ ਤਾਂ ਹੁੰਦੀ ਆ ਜਿਹੜਾ ਰੂਲਸ ਹੁੰਦੇ ਆ ਨਾ, ਇਹਨਾਂ ਦੇ ਰੂਲਸ ਨੇ ਰਿਲੇਟਡ ਪ੍ਰਿਵਿਲੇਜਸ ਨੂੰ ਲੈ ਕੇ। ਇੱਕ ਤਾਂ ਹੈਗੀ ਆ ਆਪਣੀ ਲੋਕ ਸਭਾ ਰੂਲ ਬੁੱਕ। ਆਹ ਚੀਜ਼ ਤੁਸੀਂ ਇੰਪੋਰਟੈਂਟ ਮਾਰਕ ਕਰ ਲਿਓ। ਲੋਕ ਸਭਾ ਰੂਲ ਬੁੱਕ ਇੱਕ ਹੁੰਦੀ ਆਪਣੀ ਰਾਜ ਸਭਾ ਰੂਲ ਬੁੱਕ। ਤਾਂ ਦੋਨਾਂ ਦੇ ਵਿੱਚ ਰਾਜ ਸਭਾ ਦੇ ਲਈ ਅਲੱਗ ਤੋਂ ਆ ਔਰ ਲੋਕ ਸਭਾ ਦੇ ਲਈ ਅਲੱਗ ਤੋਂ ਆ। ਦੇਖੋ ਜਿਹੜੇ ਤਾਂ ਲੋਕ ਸਭਾ ਵਾਲੇ ਆ ਉਹਦੇ 'ਚ ਤਾਂ ਚੈਪਟਰ ਨੰਬਰ ਹੈਗਾ 20। ਤਾਂ ਚੈਪਟਰ ਨੰਬਰ 20 ਔਰ ਜਿਹੜਾ ਆਪਣਾ ਦੂਸਰਾ ਗਾ ਇਹਦੇ 'ਚ ਆਪਣਾ ਲੋਕ ਸਭਾ ਵਾਲੇ 'ਚ ਰੂਲ ਨੰਬਰ 222 ਚੈਪਟਰ ਨੰਬਰ 20 ਇਹ ਲੋਕ ਸਭਾ ਦਾ। ਔਰ ਜਿਹੜਾ ਆਪਣਾ ਰਾਜ ਸਭਾ ਦਾ ਉਹਦੇ 'ਚ ਚੈਪਟਰ 16ਵਾਂ ਐਂਡ ਰੂਲ ਨੰਬਰ 187। ਕਲੀਅਰ ਆ ਤੁਹਾਨੂੰ? ਆਹ ਹੈਗੇ ਨੇ ਇਹਨਾਂ ਦੇ ਰੂਲਸ ਦੇ ਬਾਰੇ। ਬਾਕੀ ਜਿਵੇਂ ਇੰਪੋਰਟੈਂਟ ਦੀ ਗੱਲ ਕਰੀਏ ਆਪਾਂ ਫਰੀडम ਆਫ ਸਪੀਚ, ਉਹ ਉੱਥੇ ਕੁਛ ਵੀ ਬੋਲ ਸਕਦੇ ਆ ਖੜ੍ਹ ਕੇ। ਤੁਸੀਂ ਸਭ ਨੇ ਇੰਨਾ ਕੁ ਤਾਂ ਸੰਸਦ ਦੇ ਬਾਰੇ ਜਾਣਦੇ ਹੋ। ਬਾਕੀ ਉੱਥੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਅਰੈਸਟ ਹੋਣ ਤੋਂ ਫਰੀडम ਹੁੰਦੀ ਆ।
ਰਾਈਟ ਟੂ ਪਬਲਿਸ਼ ਡਿਬੇਟਸ ਐਂਡ ਪ੍ਰੋਸੀਡਿੰਗਸ। ਤਾਂ ਇਹ ਉਹਨਾਂ ਦੇ ਕੁਝ ਕੁ ਹੁੰਦੇ ਆ ਬੇਸਿਕਲੀ। ਦੇਖੋ ਬੱਚੇ ਇਹ ਤਾਂ ਫੈਕਟ ਸੀਗੇ, ਬਾਕੀ ਤੁਸੀਂ ਇਹਨਾਂ ਦਾ ਮੈਂ ਤੁਹਾਨੂੰ ਆ ਦਿਖਾਇਆ, ਇਹਨਾਂ ਦਾ ਤੁਸੀਂ ਸਕਰੀਨਸ਼ਾਟ ਕਰ ਸਕਦੇ ਹੋ। ਬਾਕੀ ਇੱਕ ਆਹ ਵਾਲੀ ਫੈਕਟ, ਪ੍ਰੈਜ਼ੀਡੈਂਟ ਇਜ਼ ਨਾਟ ਇੰਟਾਈਟਲਡ ਟੂ ਦਾ ਪਾਰਲੀਮੈਂਟਰੀ ਪ੍ਰਿਵਿਲੇਜਸ, ਤਾਂ ਇਹਨਾਂ ਨੂੰ ਇਹਦੇ 'ਚ ਨਹੀਂ ਇੰਟਾਈਟਲ ਕੀਤਾ ਜਾਂਦਾ। ਠੀਕ ਆ। ਬਾਕੀ ਜਿਹੜੇ ਇਹਨਾਂ ਨੂੰ ਇੱਕ ਆ ਵੀ ਛੋਟ ਮਿਲਦੀ ਆ, ਕਾਂਟ ਵੀ ਅਰੈਸਟਡ 40 ਡੇਜ਼ ਬਿਫੋਰ, 40 ਦਿਨ ਪਹਿਲਾਂ, ਐਂਡ ਆਫਟਰ ਦਾ ਸੈਸ਼ਨ ਬਿਗਨਿੰਗ ਐਂਡ ਦਾ ਐਂਡ ਆਫ ਦਾ ਸੈਸ਼ਨ, ਸ਼ੁਰੂ ਹੋਣ ਤੋਂ 40 ਤੇ ਖਤਮ ਹੋਣ ਤੋਂ ਬਾਅਦ ਦੇ 40 ਦਿਨ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਹੁਣ ਜੇ ਪ੍ਰਿਵਿਲੇਜਸ ਦੀ ਆਪਾਂ ਗੱਲ ਕਰੀਏ ਤਾਂ ਸੰਸਦ ਦੇ ਵਿੱਚ ਤਾਂ ਆਰਟੀਕਲ 105 ਬੇਸਿਕਲੀ ਡੀਲ ਕਰਦਾ ਐਂਡ 122, ਔਰ ਜੇ ਆਪਾਂ ਦੇਖੀਏ ਸਟੇਟ ਦੇ ਵਿੱਚ ਤਾਂ ਸਟੇਟ ਦੇ ਵਿੱਚ 194 ਤੇ 212 ਨੰਬਰ ਆਰਟੀਕਲ ਜਿਹੜੇ ਆ ਪ੍ਰਿਵਿਲੇਜਸ ਦੇ ਨਾਲ ਡੀਲ ਕਰਦੇ ਆ। ਹੁਣ ਇਹ ਤਾਂ ਰਹੀ ਬੱਚੇ ਆਪਣੀ ਸ਼ਬਦਾਵਲੀ। ਹੁਣ ਆਪਾਂ ਇੱਕ ਆਪਣੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ ਸਿੰਪਲ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਆਪਾਂ ਕੀ ਗੱਲਬਾਤ ਕਰ ਰਹੇ ਹਾਂ। ਦੇਖੋ ਬੱਚੇ, ਆਪਾਂ ਗੱਲ ਕੀਤੀ, ਇੱਕ ਮਿੰਟ ਬੱਚੇ ਦੇਖੋ, ਸੌਰੀ, ਦੇਖੋ ਆਪਾਂ ਗੱਲ ਕੀਤੀ ਆਰਟੀਕਲ 105, ਤਾਂ ਇਹਦੇ 'ਚ ਕਿਹਾ ਵੀ ਇਹਨਾਂ ਦੀਆਂ ਸਪੈਸ਼ਲ ਰਾਈਟ ਹੁੰਦੇ ਆ, ਇਮਿਊਨਿਟੀਜ਼ ਹੁੰਦੀਆਂ ਨੇ, ਇਹਨਾਂ ਨੂੰ ਜਿਹੜੀਆਂ ਛੋਟ ਇੰਜੋਏ ਕਰਦੇ ਆ ਉਹ ਬੜੀਆਂ ਹੁੰਦੀਆਂ ਨੇ। ਹੁਣ ਪ੍ਰਿਵਿਲੇਜਸ ਨੇ ਜਿਹੜੇ, ਇਹ ਕਿੰਨੇ ਟਾਈਪਸ ਦੇ ਹੁੰਦੇ ਆ? ਇਹ 2 ਟਾਈਪਸ ਦੇ ਹੁੰਦੇ ਆ। ਕਿਹੜੇ ਕਿਹੜੇ? ਇੱਕ ਤਾਂ ਹੁੰਦੇ ਨੇ ਇਹ ਕਲੈਕਟਿਵਲੀ, ਇਹ ਤਾਂ ਹੁੰਦੇ ਆ ਜਿਹੜੇ ਸਾਰੇ ਹਾਊਸ ਦੇ ਸਦਨ ਦੇ ਮੈਂਬਰਾਂ ਨੂੰ ਟੋਟਲ ਨੂੰ ਮਿਲਦੇ ਆ। ਫਿਰ ਇਸ ਤੋਂ ਬਾਅਦ ਇੱਦਾਂ ਹੁੰਦੇ ਆ ਇੰਡੀਵਿਜੂਅਲ। ਠੀਕ ਆ। ਤਾਂ ਆਹ 2 ਤੁਸੀਂ ਧਿਆਨ ਦੇ ਵਿੱਚ ਰੱਖਣੇ ਆ, ਜਿਹੜੇ ਕਿ ਇਹ 2 ਤਰ੍ਹਾਂ ਦੇ ਹੁੰਦੇ ਆ। ਦੇਖੋ ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਇਹਨਾਂ ਦੀ ਲੋਕ ਸਭਾ ਰੂਲ ਬੁੱਕ ਆ, ਉਹਦੇ 'ਚ ਚੈਪਟਰ 20 ਰੂਲ ਨੰਬਰ 222, ਰਾਜ ਸਭਾ ਰੂਲ ਬੁੱਕ ਉਹਦਾ ਚੈਪਟਰ 16 ਰੂਲ 187 187। ਠੀਕ ਆ। ਤਾਂ ਹੁਣ ਇਸ ਤੋਂ ਬਾਅਦ ਇਹਦੇ 'ਚ 1978 ਦੀ ਤੁਸੀਂ ਇੰਦਰਾ ਗਾਂਧੀ ਨੂੰ ਐਕਸਪੈਲ ਕੀਤਾ ਗਿਆ ਸੀ ਹਾਊਸ ਦੇ ਵਿੱਚੋਂ, ਕਿਉਂਕਿ ਉਦੋਂ ਗ੍ਰਹਿ ਮੰਤਰੀ ਸੀਗੇ ਚਰਨ ਸਿੰਘ, ਉਹਨਾਂ ਨੇ ਰੈਜੂਲੇਸ਼ਨ ਲਿਆਂਦਾ ਸੀਗਾ ਬ੍ਰੀਚ ਆਫ ਪ੍ਰਿਵਿਲੇਜਸ ਅਗੇਂਸਟ ਹਰ। ਦੇਖੋ ਬੱਚੇ, ਇੰਨਾ ਆਪਾਂ ਡੈਪਥ ਦੇ ਵਿੱਚ ਨਹੀਂ ਜਾਣਾ, ਬਸ ਤੁਸੀਂ ਯਾਦ ਰੱਖਣਾ ਵੀ ਆਰਟੀਕਲ 105 ਆ ਜਿਹੜਾ ਉਹ ਕਾਹਦੇ ਨਾਲ ਡੀਲ ਕਰਦਾ? ਪਾਵਰ ਪ੍ਰਿਵਿਲੇਜਸ ਆਫ ਦਾ ਹਾਊਸ, ਚਾਹੇ ਮੈਂਬਰ ਨੇ ਚਾਹੇ ਕਮੇਟੀਆਂ ਦੇ ਮੈਂਬਰ ਨੇ। ਕਲੀਅਰ ਆ? ਤਾਂ ਹੁਣ ਇਹਦੇ ਬਾਰੇ ਆਪਾਂ ਗੱਲ ਕੀਤੀ। ਇਸ ਤੋਂ ਬਾਅਦ ਹੁਣ ਆਪਾਂ ਦੇਖਣੇ ਆ ਕੁਐਸਚਨ ਜੁਡੀਸ਼ਰੀ ਦੇ ਵਿੱਚੋਂ। ਹੁਣ ਆਰਟੀਕਲ, ਹੁਣ ਆਪਾਂ ਗੱਲ ਕਰਾਂਗੇ ਜੁਡੀਸ਼ਰੀ ਦੇ ਵਿੱਚੋਂ। ਠੀਕ ਆ। ਜੁਡੀਸ਼ਰੀ ਦੇ ਵਿੱਚੋਂ ਇਹ ਤਾਂ ਉਹਨੇ ਬੱਚੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਨਾ, ਆਪਾਂ ਕੰਟੈਂਟ ਦੇ ਵਿੱਚ। ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੇ ਮਤਲਬ ਆਪਣੇ ਕੋਲੋਂ ਬਾਅਦ ਦੇ ਵਿੱਚ ਐਕਸਟਰਾ ਤੋਂ ਕਰਾਊਂਗਾ ਤੇ ਉਹ ਅਲੱਗ ਨੇ, ਇਹ ਵੈਰੀ ਇੰਪੋਰਟੈਂਟ ਨੇ। ਦੇਖੋ 124(1, ਹੁਣ ਤੁਹਾਨੂੰ ਪਤਾ ਵੀ ਆਪਾਂ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਹਾਂ। ਸੁਪਰੀਮ ਕੋਰਟ ਆਪਣੇ ਆਰਟੀਕਲ 124 ਤੋਂ ਲੈ ਕੇ 146 ਤੱਕ ਸੁਪਰੀਮ ਕੋਰਟ ਚੱਲਦੀ ਆ। ਇਸ ਤੋਂ ਬਾਅਦ ਕੈਗ ਚੱਲ ਪੈਂਦਾ, ਔਰ ਇਹ ਤੋਂ ਸੁਪਰੀਮ ਕੋਰਟ ਤੋਂ ਜੇ ਆਪਾਂ ਪਹਿਲਾਂ ਕਰੀਏ 123 ਨੰਬਰ ਆਰਟੀਕਲ ਦੇ ਵਿੱਚ ਇਹਦੇ 'ਚ ਹੈਗੀ ਆ ਆਰਡੀਨੈਂਸ ਪਾਵਰ। ਆਰਡੀਨੈਂਸ ਪਾਵਰ ਕਿਹਦੇ ਕੋਲ ਹੁੰਦੀ ਆ ਬੱਚੇ? ਕਮੈਂਟ ਕਰਕੇ ਤੁਸੀਂ ਦੱਸਿਓ ਵੀ ਆਰਡੀਨੈਂਸ ਪਾਵਰ ਕੀ ਹੁੰਦੀ ਆ। ਇਹਦੇ ਬਾਰੇ ਵੀ ਮੈਂ ਤੁਹਾਨੂੰ ਆਪਣੀਆਂ ਵੀਡੀਓਜ਼ ਦੇ ਵਿੱਚ ਬਹੁਤ ਵਾਰ ਇਹ ਚੀਜ਼ ਕਰਵਾ ਚੁੱਕਿਆ ਕਿ ਆਰਡੀਨੈਂਸ ਪਾਵਰ ਕੀ ਹੁੰਦੀ ਆ ਔਰ ਕਿਹਦੇ ਲਈ ਕਿਉਂ ਦਿੱਤੀ ਗਈ ਆ। ਹੁਣ ਆਪਾਂ 124 ਦੀ ਗੱਲ ਕਰ ਰਹੇ ਹਾਂ। ਇਹਦੇ 'ਚ 124 ਨੰਬਰ ਕਹਿੰਦਾ ਇਸਟੈਬਲਿਸ਼ਮੈਂਟ ਆਫ ਦਾ ਸੁਪਰੀਮ ਕੋਰਟ। ਹੁਣ ਜਿਹੜਾ 124(1 ਆ ਇਹ ਪਾਵਰ ਦਿੰਦਾ ਕਿਹਨੂੰ? ਸੰਸਦ ਨੂੰ ਪਾਵਰ ਦਿੰਦਾ ਕਾਹਦੀ? ਕਿ ਤੁਸੀਂ ਜੱਜਾਂ ਦੀ ਗਿਣਤੀ ਵਧਾ ਸਕਦੇ ਹੋ। ਹੁਣ ਤੁਹਾਨੂੰ ਕਲੀਅਰ ਹੋ ਗਿਆ ਵੀ ਜੱਜਾਂ ਦੀ ਗਿਣਤੀ ਕੌਣ ਵਧਾ ਸਕਦਾ? ਇਹ ਪਾਵਰ ਕਿਹਦੇ ਕੋਲ ਆ? ਇਹ ਪਾਵਰ ਹੈਗੀ ਆ ਸੰਸਦ ਕੋਲੇ। ਤਾਂ ਹੁਣ ਮੈਂ ਤੁਹਾਨੂੰ ਇਹ ਪਹਿਲਾਂ ਵੀ ਕੁਐਸਚਨ ਕਰਵਾਇਆ ਸੀ, ਅਪੁਆਇੰਟਮੈਂਟਸ ਆਫ ਜੱਜਸ ਮੈਂ ਕਰਵਾਇਆ ਬੱਚੇ ਤੁਹਾਨੂੰ। ਤਾਂ ਹੁਣ ਇਹਦੇ 'ਚ ਆਪਾਂ ਕਰਾਂਗੇ ਜੱਜਾਂ ਦੀ ਨਿਯੁਕਤੀ। ਜੱਜਾਂ ਦੀ ਨਿਯੁਕਤੀ, ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਤਾਂ ਕਿਸ ਦੁਆਰਾ ਕੀਤੀ ਜਾਂਦੀ ਆ? ਇਹ ਕੀਤੀ ਜਾਂਦੀ ਆ ਬਾਏ ਪ੍ਰੈਜ਼ੀਡੈਂਟ ਸਾਹਿਬ, ਯਾਨੀ ਕਿ ਆਪਣੇ ਰਾਸ਼ਟਰਪਤੀ ਜੀ ਦੁਆਰਾ। ਦੇਖੋ ਬੱਚੇ, ਇਹਦੇ 'ਚ ਕੀ ਹੁੰਦਾ ਵੀ ਜਦੋਂ ਦਾ ਚੀਫ ਜਸਟਿਸ ਆਫ ਇੰਡੀਆ ਨੂੰ ਅਪੁਆਇੰਟ ਕੀਤਾ ਜਾਂਦਾ ਤਾਂ ਉਦੋਂ ਤਾਂ ਉਹ ਕੁਛ ਹੋਰ ਜੱਜ ਹੁੰਦੇ ਆ ਜਿਹੜੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਆ। ਜਦੋਂ ਬਾਕੀ ਫਿਰ ਹੋਰ ਜੱਜਾਂ ਨੂੰ ਅਪੁਆਇੰਟ ਕੀਤਾ ਜਾਂਦਾ ਦੈਨ ਰਾਸ਼ਟਰਪਤੀ CGI, ਜਾਣੀ ਕਿ ਉਹ ਤਾਂ ਵੈਸੇ CJI ਹੁੰਦਾ ਚੀਫ ਜਸਟਿਸ ਆਫ ਇੰਡੀਆ, ਪਰ ਆਪਾਂ CGI ਬੋਲ ਦਿੰਦੇ ਹਾਂ। CGI ਜਾਣੀ ਕਿ ਚੀਫ ਜਸਟਿਸ ਆਫ ਇੰਡੀਆ, ਤਾਂ ਉਹਨਾਂ ਦੇ ਨਾਲ ਕੰਸਲਟ ਕਰਨਾ ਇਹਨਾਂ ਨੂੰ ਜ਼ਰੂਰੀ ਹੁੰਦਾ ਵੀ ਜਦੋਂ ਬਾਕੀ ਕਿਸੇ ਜੱਜ ਦੀ ਅਪੁਆਇੰਟਮੈਂਟ ਕੀਤੀ ਜਾਂਦੀ ਆ। ਕਲੀਅਰ ਆ ਬਈ? ਤਾਂ ਇਹਨਾਂ ਨੂੰ ਕਿਹਨਾਂ ਦੇ ਦੁਆਰਾ ਕੀਤਾ ਜਾਂਦਾ ਉਹ ਆਪਾਂ ਦੇਖ ਲਿਆ। ਹੁਣ ਦੇਖੀਏ ਵੀ ਜੇ ਜੱਜਾਂ ਦੀ ਗਿਣਤੀ ਵਧਾਉਣ ਦੀ ਗੱਲ ਹੋਈ ਆ ਦੈਨ ਹੁਣ ਕਿੰਨੇ ਨੇ ਕਰੰਟਲੀ? ਹੁਣ ਆਪਾਂ ਕਹਾਂਗੇ 33+1। ਵਜੇ ਜਦੋਂ ਵੀ ਲਿਖਣਾ ਤੁਸੀਂ 33+1 ਲਿਖਣਾ। ਜੇ ਤੁਸੀਂ ਬਰਾਬਰ ਪਾਓਗੇ 34, ਜੇ 34 ਲਿਖਣਾ ਤਾਂ ਤੁਸੀਂ ਲਿਖੋਗੇ ਚੀਫ ਜਸਟਿਸ ਆਫ ਇੰਡੀਆ ਪਲੱਸ ਜੱਜਸ ਜਾਂ ਅਦਰ
ਸੀਨੀਅਰ ਜੱਜਸ, ਠੀਕ ਆ। ਤਾਂ ਮਤਲਬ ਕਿ 33 ਜੱਜ ਨੇ, ਇੱਕ ਜਿਹੜਾ 34ਵਾਂ ਗਾ ਉਹ ਹੈਗਾ ਚੀਫ। ਤੇ ਹੁਣ ਕੌਣ ਨੇ ਆਪਣੇ ਕਰੰਟਲੀ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਬੱਚੇ, ਤਾਂ ਉਹਨਾਂ ਦਾ ਤੁਸੀਂ ਨਾਮ ਕਮੈਂਟ ਕਰਕੇ ਦੱਸਣਾ। ਤਾਂ ਤੁਸੀਂ ਕਰੰਟ ਤੁਹਾਡਾ ਆਪਣੇ ਖੁਦ ਦੇ ਲੈਵਲ ਤੋਂ ਕਿੱਥੇ ਤੱਕ ਗਿਆ, ਕਿਉਂਕਿ ਇਹ ਤਾਂ ਵੈਸੇ ਵੀ ਮੈਂ ਜੁਡੀਸ਼ਰੀ ਵਾਲੇ ਟੌਪਿਕ ਦੇ ਵਿੱਚ ਤੁਹਾਨੂੰ MCQ ਵੀ ਕਰਵਾਇਆ, ਔਰ ਇਸ ਤੋਂ ਪਹਿਲਾਂ ਜੁਡੀਸ਼ਰੀ ਟੌਪਿਕ ਮੈਂ ਤੁਹਾਨੂੰ 2 ਤੋਂ 3 ਵਾਰ ਕਰਵਾ ਚੁੱਕਿਆ ਬੜਾ ਡੈਪਥ ਦੇ ਵਿੱਚ। ਦੇਖੋ ਜੇ ਆਪਾਂ ਹੁਣ ਗੱਲ ਕਰੀਏ ਇਹਦੇ ਬੈਕਗਰਾਊਂਡ ਦੀ, ਤਾਂ ਸ਼ੁਰੂ ਦੇ ਵਿੱਚ ਜਦੋਂ ਸੰਵਿਧਾਨ ਬਣਿਆ ਉਦੋਂ ਆਪਣੇ ਗਿਣਤੀ ਸੀਗੀ 8, ਇਹਦੇ 'ਚ ਵੀ ਇਹ 1+7 ਆ। ਅਤੇ ਫਿਰ ਇਸ ਤੋਂ ਬਾਅਦ 1957 ਦੇ ਵਿੱਚ ਵਧਾਈ ਗਈ, ਉਦੋਂ ਗਿਣਤੀ ਕਰਤੀ 10, ਫਿਰ ਵਧਾਈ ਇਹਨਾਂ ਨੇ 1960 ਦੇ ਵਿੱਚ, ਉਦੋਂ ਕਰਤੀ 13, ਫਿਰ ਇਸ ਤੋਂ ਬਾਅਦ ਵਧਾਈ 70 ਦੇ ਵਿੱਚ, ਉਦੋਂ ਕਰਤੀ 17, ਫਿਰ ਇਸ ਤੋਂ ਬਾਅਦ 1986 ਦੇ ਵਿੱਚ ਵਧਾਈ, ਉਦੋਂ ਕਰਤੇ 25, ਫਿਰ 2008 ਦੇ ਵਿੱਚ ਵਧਾਈ 30, ਦੈਨ 2019 ਦੇ ਵਿੱਚ ਹੁਣ ਫਾਈਨਲੀ ਜਿੰਨੀ ਚੱਲ ਰਹੀ ਹੈ ਕਰੰਟਲੀ 34। ਇੰਨਾ ਕਲੀਅਰ ਆ ਤੁਹਾਨੂੰ? ਚਲੋ ਬੱਚੇ, ਆ ਤਾਂ ਹੁਣ ਚੀਜ਼ ਤੁਹਾਨੂੰ ਬਿਲਕੁਲ ਕਲੀਅਰ ਹੋ ਗਈ ਹੋਊਗੀ। ਇਸ ਤੋਂ ਬਾਅਦ ਆਰਟੀਕਲ ਕਰਨਾ ਆਪਾਂ ਆਰਟੀਕਲ ਨੰਬਰ 131, ਇਹ ਵੀ ਜੁਡੀਸ਼ਰੀ ਦੇ ਬਾਰੇ ਆ। ਆਰਟੀਕਲ 131 ਇਹ ਵੀ ਬੱਚੇ ਸੁਪਰੀਮ ਕੋਰਟ ਦੇ ਨਾਲ ਡੀਲ ਕਰਦਾ ਆਰਟੀਕਲ ਆ, ਠੀਕ ਆ। ਵੈਸੇ ਇਹ ਜਿਹਦੇ 'ਚ ਆਪਣਾ ਸੁਪਰੀਮ ਕੋਰਟ ਦੇ ਨਾਲ ਵੀ ਡੀਲ ਕਰਦਾ, ਔਰ ਇਹਨੂੰ ਆਪਾਂ ਸੈਂਟਰ ਸਟੇਟ ਰਿਲੇਸ਼ਨ ਦੇ ਰਿਗਾਰਡਿੰਗ ਵੀ ਦੇਖਦੇ ਹਾਂ। ਓਕੇ, ਹੁਣ ਇਹਦੇ 'ਚ ਹੁੰਦਾ ਕੀ ਆ, ਵੈਸੇ ਇਹਦੇ 'ਚ ਆਪਾਂ ਲਿਖਦੇ ਹਾਂ ਵੀ ਕੀ ਇੰਪੋਰਟੈਂਟ ਕੀ ਆ, ਵੀ ਇਹਦੇ 'ਚ ਓਰੀਜਨਲ ਜੂਰਿਸਡਿਕਸ਼ਨ ਆ, ਠੀਕ ਆ, ਕਿਹਦਾ? ਸੁਪਰੀਮ ਕੋਰਟ ਦਾ। ਹੁਣ ਜਿਹੜਾ ਇਹਦਾ ਓਰੀਜਨਲ ਜੂਰਿਸਡਿਕਸ਼ਨ ਕੀ ਹੁੰਦਾ ਬੱਚੇ, ਇੱਕ ਓਰੀਜਨਲ ਹੁੰਦਾ, ਇੱਕ ਐਕਸਕਲੂਸਿਵ ਓਰੀਜਨਲ ਹੁੰਦਾ। ਹੁਣ ਦੇਖੋ ਜਿਵੇਂ ਕਿ ਆਪਣੇ ਸੁਪਰੀਮ ਕੋਰਟ ਕਿੰਨੀਆਂ ਨੇ? ਇੱਕ ਆ। ਹੁਣ ਸਟੇਟ ਦੇ ਵਿੱਚ, ਹਰ ਸਟੇਟ ਦੇ ਵਿੱਚ ਆਪਣੀ ਸੈਪਰੇਟ ਉਹਨਾਂ ਦੀ ਹਾਈ ਕੋਰਟ ਆ। ਚਲੋ ਉਹ ਗੱਲ ਸੈਪਰੇਟ ਆ ਕਿ ਹਰਿਆਣਾ ਐਂਡ ਪੰਜਾਬ ਦੀ ਸਾਂਝੀ ਆ, ਜਾਂ ਹੋਰ ਨੇ ਬਾਕੀ ਜਿਨ੍ਹਾਂ ਦੀ 2 ਜਾਂ 3 ਸਟੇਟਸ ਦੀ ਕਾਮਨ ਹਾਈ ਕੋਰਟ ਹੈਗੀ ਆ, ਤਾਂ ਉਹਦੇ ਲਈ ਵੀ ਬੱਚੇ ਮੈਂ ਤੁਹਾਨੂੰ ਫੈਕਟ ਦੱਸੇ ਹੋਇਆ ਵੀ ਕਦੋਂ ਉਹਨਾਂ ਨੇ ਕਿਹਾ ਸੀ ਬਣਾਈ ਜਾ ਸਕਦੀ ਆ ਅਲੱਗ-ਅਲੱਗ, ਅਤੇ ਇਕੱਠੀ ਵੀ ਬਣਾਈ ਜਾ ਸਕਦੀ ਆ। ਤਾਂ ਦੇਖੋ ਇਹਦੇ 'ਚ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਮੰਨ ਲਓ ਪੰਜਾਬ ਐਂਡ ਹਰਿਆਣਾ ਦਾ, ਜਾਂ ਫਿਰ ਪੰਜਾਬ, ਇਹਨਾਂ ਦੀ ਤਾਂ ਚਲੋ ਕਾਮਨ ਆ, ਕਿਸੇ ਵੀ ਹੋਰ ਸਟੇਟ ਦੀ ਲਾ ਲਓ, MP ਦੀ ਲਾ ਲਓ, ਤਾਂ ਪੰਜਾਬ ਅਤੇ MP ਦਾ ਕੋਈ ਸਪੋਜ਼ ਕਰੋ ਕਿ ਰੌਲਾ ਪੈ ਗਿਆ ਕਿਸੇ ਮੈਟਰ 'ਤੇ, ਤਾਂ ਹੁਣ ਜੇ ਪੰਜਾਬ ਵੱਲੋਂ ਹਾਈ ਕੋਰਟ ਦੇ ਵਿੱਚ ਕੇਸ ਆ, ਉਹਨਾਂ ਦਾ ਆਪਦੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਦੈਨ ਉਹ ਤਾਂ ਆਪਣਾ ਆਪਣਾ ਪੱਖ ਹੀ ਪੂਰਨਗੇ ਨਾ ਉਹਦੇ 'ਚੋਂ। ਤਾਂ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਮਸਲਾ ਹੋ ਜੇ ਇੱਕ ਸਟੇਟ ਦਾ ਦੂਜੀ ਸਟੇਟ ਨਾਲ, ਜਾਂ ਫਿਰ ਇੱਕ ਸਾਈਡ 'ਤੇ ਇੱਕ ਤੋਂ ਵੱਧ ਸਟੇਟਾਂ ਨੇ ਅਤੇ ਦੂਸਰੀ ਪਾਸੇ ਇੱਕ ਸਟੇਟ ਆ, ਜਾਂ ਫਿਰ ਇੱਕ ਪਾਸੇ ਇਕੱਲਾ ਕੇਂਦਰ ਆ, ਦੂਸਰੇ ਪਾਸੇ ਇੱਕ ਸਟੇਟ ਆ, ਜਾਂ ਫਿਰ ਇੱਕ ਪਾਸੇ ਕੇਂਦਰ ਆ, ਦੂਸਰੇ ਪਾਸੇ ਇੱਕ ਕੇਂਦਰ ਦੇ ਖਿਲਾਫ ਆ, ਔਰ ਦੂਸਰਾ ਇੱਕ ਸਟੇਟ ਹੋਰ ਆ ਜਿਹੜਾ ਉਹ ਸਟੇਟ ਔਰ ਕੇਂਦਰ ਦੋਨਾਂ ਦੇ ਖਿਲਾਫ ਆ। ਤਾਂ ਜਿਹੜੇ ਇਹੋ ਜਿਹੇ ਮਸਲੇ ਹੁੰਦੇ ਆ, ਇਹ ਨਾਲੇ ਤਾਂ ਸੈਂਟਰ ਸਟੇਟ ਰਿਲੇਸ਼ਨ ਦੇ ਮਸਲੇ ਬਣ ਜਾਂਦੇ ਆ, ਠੀਕ ਆ। ਦੇਖੋ ਇੱਕ ਪਾਸੇ ਗਵਰਨਮੈਂਟ ਆਫ ਇੰਡੀਆ ਵਰਸਸ ਕੋਈ ਵੀ ਸਟੇਟ ਆ, ਜਾਂ ਫਿਰ ਵੱਧ ਸਟੇਟਸ ਨੇ ਇੱਥੇ, ਜਾਂ ਫਿਰ ਸਟੇਟ ਵਰਸਸ ਸਟੇਟ ਆ, ਠੀਕ ਆ, ਅਤੇ ਜਾਂ ਫਿਰ ਆਪਸ ਦੇ ਵਿੱਚ ਕੋਈ ਹੋਰ ਸਟੇਟਸ ਨੇ। ਤਾਂ ਇਹਨਾਂ ਦੇ ਮਸਲੇ ਨੇ ਜਿਹੜੇ, ਇਹ ਸਿੱਧੇ ਕਿੱਥੇ ਆਉਂਦੇ ਆ? ਇਹ ਸਿੱਧੇ ਆਉਂਦੇ ਆ ਸੁਪਰੀਮ ਕੋਰਟ ਦੇ ਵਿੱਚ ਵਿਦਆਊਟ ਅਪੀਲ, ਮਤਲਬ ਕਿ ਇਹ ਅਪੀਲ ਦੇ ਆਧਾਰ 'ਤੇ ਨਹੀਂ ਆਉਂਦੇ, ਠੀਕ ਆ। ਵਿਦਆਊਟ ਅਪੀਲ ਡਾਇਰੈਕਟਲੀ ਇਹਦੇ 'ਚ ਆਉਂਦੇ ਆ, ਫਸਟ ਇੰਸਟਾਂਸ ਦੇ ਆਉਂਦੇ ਨੇ। ਤਾਂ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਓਰੀਜਨਲ ਐਕਸਕਲੂਸਿਵ ਓਰੀਜਨਲ ਜੂਰਿਸਡਿਕਸ਼ਨ ਆਫ ਦਾ ਸੁਪਰੀਮ ਕੋਰਟ। ਸੈਂਟਰ ਸਟੇਟ ਰਿਲੇਸ਼ਨ ਦੇ ਨਾਲ ਇਹ ਡੀਲ ਕਰਦਾ ਆਰਟੀਕਲ 131। ਤਾਂ ਬੱਚੇ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਇਹਦੇ ਤੋਂ ਜਿਹੜੇ ਬਾਹਰ ਨੇ, ਠੀਕ ਆ, ਇਹ ਆਰਟੀਕਲ ਦੇ ਵਿੱਚੋਂ ਜਿਹੜੇ ਬਾਹਰ ਨੇ, ਹੁਣ ਇਹ ਤਾਂ ਹੈ ਨਹੀਂ ਵੀ ਸਟੇਟ ਦਾ ਜੇ ਕੋਈ ਮਾੜਾ ਮੋਟਾ ਰੌਲਾ ਵੀ ਪੈਂਦਾ ਤਾਂ ਹਰੇਕ ਇਹਦੇ ਵਿੱਚ ਆਪਾਂ ਚੱਕ ਕੇ ਪਾ ਦਾਂਗੇ। ਹੁਣ ਜਿਹੜੇ ਇਹਦੇ 'ਚੋਂ ਬਾਹਰ ਨੇ, ਮੈਂ ਤੁਹਾਨੂੰ ਕਰਾਇਆ ਸੀ ਵੀ ਜੇ ਪਾਣੀ ਦਾ ਰੌਲਾ ਪੈਂਦਾ 2 ਸਟੇਟਸ ਦਾ, ਤਾਂ ਉਹਦੇ ਲਈ ਬਣਦਾ ਹੁੰਦਾ ਇੰਟਰ ਸਟੇਟ ਵਾਟਰ ਡਿਸਪਿਊਟ ਬੋਰਡ, ਠੀਕ ਆ। ਤਾਂ ਇਹ ਵੀ ਇਹਦੇ 'ਚੋਂ ਬਾਹਰ ਆਉਂਦਾ। ਬਾਕੀ ਕੋਈ ਸੰਵਿਧਾਨ ਤੋਂ ਪਹਿਲਾਂ ਦੀ ਕੋਈ ਟ੍ਰੀਟੀ ਐਗਰੀਮੈਂਟ ਆ ਤਾਂ ਉਹ ਵੀ ਇਹਦੇ 'ਚੋਂ ਬਾਹਰ ਆ। ਮੈਟਰ ਰੈਫਰ ਟੂ ਫਾਈਨਾਂਸ ਕਮਿਸ਼ਨ ਇਹ ਵੀ ਬਾਹਰ ਆ, ਠੀਕ ਆ। ਬਾਕੀ ਰਿਕਵਰੀ ਆਫ ਡੈਮੇਜਸ ਬਾਏ ਅ ਸਟੇਟ ਅਗੇਂਸਟ ਦ ਸੈਂਟਰ ਇਹ ਵੀ ਇਹਦੇ 'ਚੋਂ ਬਾਹਰ ਆ। ਕਲੀਅਰ ਹੈ ਇੰਨਾ ਤੁਹਾਨੂੰ? ਤਾਂ ਬਸ ਤੁਸੀਂ ਯਾਦ ਕੀ ਰੱਖਣਾ ਵੀ ਆਰਟੀਕਲ 131 ਸੈਂਟਰ ਸਟੇਟ ਰਿਲੇਸ਼ਨ ਹੈ। ਇਹਦੇ 'ਚ ਜਾਂ ਤਾਂ ਤੁਸੀਂ ਇਹ ਕਰ ਸਕਦੇ ਹੋ, ਜਾਂ ਫਿਰ ਤੁਹਾਨੂੰ ਆ ਸਕਦਾ ਵੀ ਇਹਦੇ 'ਚ ਕੀ ਆ, ਓਰੀਜਨਲ ਜੂਰਿਸਡਿਕਸ਼ਨ ਆਫ ਦਾ ਸੁਪਰੀਮ ਕੋਰਟ ਆ। ਤਾਂ ਬੱਚੇ ਦੇਖੋ, ਇੱਕ ਆਪਾਂ ਹੁਣ ਗੱਲ ਕੀਤੀ ਕਿ ਕਿਹੜਾ ਮਸਲਾ ਜਿਹੜਾ ਆਪਾਂ ਹੁਣ ਸਟੇਟ ਵਰਸਸ ਸਟੇਟ ਵਰਸਸ ਸੈਂਟਰ, ਜਾਂ ਫਿਰ ਸੈਂਟਰ ਵਰਸਸ ਸਟੇਟਸ, ਮਤਲਬ ਕਿ ਇਹ ਤੁਹਾਨੂੰ 3-4 ਸਟੇਟਮੈਂਟ ਬਣਦੀਆਂ ਨੇ ਕਿ ਵੀ ਇਹ ਤਾਂ ਸਿੱਧੀਆਂ ਆਪਣੀਆਂ ਜਾਂਦੀਆਂ ਸੁਪਰੀਮ ਕੋਰਟ ਦੇ ਵਿੱਚ। ਤਾਂ ਹੋਰ ਕਿਹੜਾ ਮਸਲਾ ਜਿਹੜਾ ਡਾਇਰੈਕਟਲੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਲਿਜਾ ਸਕਦੇ ਹਾਂ? ਦੇਖੋ ਰਾਈਟ ਟੂ ਰੈਮਡੀਜ਼ ਤੁਹਾਨੂੰ ਸਭ ਨੂੰ ਪਤਾ ਕਿ ਆਰਟੀਕਲ 32 ਕਹਿੰਦਾ ਕਿ ਕਿਸੇ ਦੇ ਵੀ ਫੰਡਾਮੈਂਟਲ ਰਾਈਟ ਦਾ ਅਗਰ ਹਨਨ ਹੋ ਰਿਹਾ, ਜਿਹੜੇ ਸੰਵਿਧਾਨ ਨੇ ਸਾਨੂੰ ਓਰੀਜਨਲੀ ਸੰਵਿਧਾਨ ਦੇ ਵਿੱਚ 7 ਫੰਡਾਮੈਂਟਲ ਰਾਈਟ ਦਿੱਤੇ ਗਏ ਨੇ ਔਰ 1 ਅਸੀਂ ਖਤਮ ਕਰਤਾ ਸੀ, ਦੈਨ ਹੁਣ 6 ਸਾਡੇ ਕੋਲ ਫੰਡਾਮੈਂਟਲ ਰਾਈਟ ਯਾਨੀ ਕਿ ਮੌਲਿਕ ਅਧਿਕਾਰ ਹੈਗੇ ਆ।
ਉਹਨਾਂ ਦਾ ਕੋਈ ਹਨਨ ਕੀਤਾ ਜਾਂਦਾ ਦੈਨ ਅਸੀਂ ਉਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਡਾਇਰੈਕਟਲੀ ਜਾ ਸਕਦੇ ਹਾਂ ਰਾਈਟ ਟੂ ਰੈਮਡੀਜ਼ ਦੇ ਅਕੋਰਡਿੰਗਲੀ। ਹੁਣ ਇੱਥੇ ਬੱਚੇ ਨੋਟ ਕਰਨਯੋਗ ਇਹ ਗੱਲ ਆ ਕਿ ਆਰਟੀਕਲ 32 ਦੇ ਥਰੂ ਜਦੋਂ ਤੁਸੀਂ ਆਪਣਾ ਫੰਡਾਮੈਂਟਲ ਰਾਈਟ ਨੂੰ ਬਚਾਉਣ ਦੇ ਲਈ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਹੋ ਤਾਂ ਉੱਥੇ ਸਟੇਟ ਨਹੀਂ ਜਾ ਸਕਦਾ, ਉਹ ਕੱਲਾ ਕੋਈ ਵੀ ਵਿਅਕਤੀ ਜਿਹਦੇ ਉਹ ਹਨਨ ਹੋ ਰਿਹਾ ਉਹੀ ਜਾਊਗਾ ਲੈ ਕੇ, ਠੀਕ ਆ। ਨਾਗਰਿਕ ਜਾ ਸਕਦੇ ਆ, ਨਾ ਕਿ ਕੋਈ ਸਟੇਟ ਜਾਣੀ ਕਿ ਰਾਜ ਨਹੀਂ ਜਾ ਸਕਦਾ। ਇਹ ਗੱਲ ਨੂੰ ਤੁਸੀਂ ਨੋਟ ਕਰ ਲਿਓ, ਠੀਕ ਆ। ਤਾਂ ਹੁਣ ਦੇਖੋ ਵੀ ਜਿਹੜਾ ਤਾਂ ਇਹਦੇ 'ਚ ਹੁਣੇ ਨਿਊਜ਼ ਦੇ ਵਿੱਚ ਬੱਚੇ ਕਿਵੇਂ ਰਹੇ ਸੀ, ਕਿਉਂਕਿ ਚਲੋ ਨਿਊਜ਼ ਨੂੰ ਛੱਡੋ ਬੱਚੇ, ਇਹਦੇ 'ਚ ਕੀ ਸੀਗਾ ਮਤਲਬ ਕਿ ਕੌਂਸਟੀਟਿਊਸ਼ਨਲ ਵੈਲਿਡਿਟੀ ਵੇਰੀਅਸ ਕੇਂਦਰੀ ਲਾਜ਼ ਨੂੰ ਲੈ ਕੇ ਜਿਹੜੇ ਸੈਂਟਰ ਦੇ ਲਾਜ਼ ਹੁੰਦੇ ਆ ਉਹਨਾਂ ਨੂੰ ਚੈਲੰਜ ਕੀਤਾ ਜਾਂਦਾ, ਤਾਂ ਕਰਕੇ ਇਹ ਨਿਊਜ਼ ਦੇ ਵਿੱਚ ਆਰਟੀਕਲ ਆ ਜਾਂਦੇ ਆ। ਬਟ ਆਪਾਂ ਨੂੰ ਉਹ ਨਿਊਜ਼ ਨਹੀਂ ਪੁੱਛੀ ਜਾਣੀ, ਆਪਾਂ ਨੂੰ ਉਹਦੇ ਨਿਊਜ਼ ਦੇ ਵਿੱਚ ਰਿਹਾ ਪੋਲਿਟੀ ਦਾ ਆਰਟੀਕਲ 131 ਸੈਂਟਰ ਸਟੇਟ ਰਿਲੇਸ਼ਨ ਆ ਔਰ ਓਰੀਜਨਲ ਜੂਰਿਸਡਿਕਸ਼ਨ ਆਫ ਦਾ ਸੁਪਰੀਮ ਕੋਰਟ ਆ। ਬਾਕੀ ਬੱਚੇ ਇੱਕ ਗੱਲ ਯਾਦ ਰੱਖਿਓ ਵੀ ਜਿਹੜਾ ਸਿਟੀਜ਼ਨਸ਼ਿਪ ਐਕਟ ਸੀਗਾ ਤੇ ਉਹਨੂੰ ਫਸਟ ਜਿਹੜਾ ਚੈਲੰਜ ਕੀਤਾ ਸੀ ਉਹ ਕੀਤਾ ਸੀ ਕੇਰਲਾ ਗਵਰਨਮੈਂਟ ਨੇ, ਠੀਕ ਆ। ਤਾਂ ਆਹ ਚੀਜ਼ ਤੁਸੀਂ ਯਾਦ ਰੱਖਣੀ ਆ। ਚਲੋ ਆਪਣਾ ਆਰਟੀਕਲ 131 ਕਲੀਅਰ ਆ ਬੱਚੇ। ਆਰਟੀਕਲ 105 ਵੀ ਆਪਣਾ ਬਿਲਕੁਲ ਕਲੀਅਰ ਹੋ ਗਿਆ ਔਰ ਇਸ ਦੇ ਨਾਲ ਹੀ ਆਪਾਂ ਆਰਟੀਕਲ 124 ਦੀ ਗੱਲ ਕਰ ਲਈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਆਰਟੀਕਲ 263 ਦੀ। ਦੇਖੋ ਬੱਚੇ ਹੁਣ ਆਰਟੀਕਲ ਆਪਣਾ ਕਰਨਾ ਆਪਾਂ 263 ਇੰਪੋਰਟੈਂਟ ਆਰਟੀਕਲ ਨੇ ਜਿਹੜੇ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਬੱਚੇ। ਇਹਦੇ 'ਚ ਹੈਗੇ ਆ ਇੰਟਰਸਟੇਟ ਕਾਊਂਸਲ। ਇਹਦਾ ਮੈਂ ਵੈਸੇ ਤੁਹਾਨੂੰ ਹਜੇ ਕੱਲ੍ਹ ਪਰਸੋਂ ਆਪਣਾ ਇੱਕ ਕਿਸੇ ਟੌਪਿਕ ਦੇ ਲਾਸਟ 'ਤੇ ਕਰਵਾ ਕੇ ਹਟਿਆ, ਆਈ ਥਿੰਕ ਹੁਣ ਮੇਰੇ ਯਾਦ ਤਾਂ ਆ ਨਹੀਂ ਰਿਹਾ। ਆਪਣੀਆਂ 5-7 ਪੋਲਿਟੀ ਦੀਆਂ ਵੀਡੀਓ ਹੀ ਲੰਘੀਆਂ ਹੋਣਗੀਆਂ ਉਸ ਤੋਂ ਬਾਅਦ, ਤਾਂ ਉਹਦੇ ਇੱਕ ਅੱਧੀ ਵੀਡੀਓ 'ਤੇ ਮੈਂ ਤੁਹਾਨੂੰ ਇਹ ਲਾਸਟ 'ਤੇ ਕਰਵਾਇਆ ਸੀ ਕਿ ਛੋਟੇ ਛੋਟੇ ਟੌਪਿਕ ਨੇ ਜਿਹੜੇ ਐਵੇਂ ਜਿਵੇਂ ਕਿ ਇੰਟਰਸਟੇਟ ਕਾਊਂਸਲ ਆ ਮੈਂ ਤੁਹਾਨੂੰ ਕਰਵਾਇਆ ਕਰੂੰਗਾ। ਅਤੇ ਇਹਦੇ 'ਚ ਕੀ ਹੁੰਦਾ ਕੋਆਰਡੀਨੇਸ਼ਨ ਹੁੰਦਾ ਬਿਟਵੀਨ ਸਟੇਟ ਜਾਂ ਸੈਂਟਰ ਜਾਂ ਫਿਰ ਬਾਕੀ ਰਾਜ ਦੇ ਵਿਚਾਲੇ ਕੋਆਰਡੀਨੇਸ਼ਨ ਕਰਵਾਉਣ ਦੇ ਲਈ ਇੰਟਰਸਟੇਟ ਕਾਊਂਸਲ ਨੇ ਜਿਹੜੇ ਉਹ ਹੁੰਦੇ ਆ। ਤਾਂ ਇਸਟੈਬਲਿਸ਼ ਕੌਣ ਕਰ ਸਕਦਾ ਇਹਨਾਂ ਨੂੰ? P52 ਮਤਲਬ ਕਿ ਪ੍ਰੈਜ਼ੀਡੈਂਟ ਸਾਹਿਬ ਕਰ ਸਕਦੇ ਆ ਔਰ ਡਿਫਾਈਨ ਕਰਦੇ ਆ ਇਹਨਾਂ ਦਾ ਨੇਚਰ ਆਫ ਡਿਊਟੀਜ਼। ਹੁਣ ਡਿਊਟੀਜ਼ ਇਹਨਾਂ ਦੀਆਂ ਕੀ ਹੁੰਦੀਆਂ ਨੇ ਕਿ ਜੇ ਤਾਂ ਸਟੇਟਸ ਦੇ ਵਿੱਚ ਸਟੇਟਸ ਯਾਨੀ ਕਿ ਰਾਜਾਂ ਦੇ ਵਿਚਕਾਰ ਡਿਸਪਿਊਟ ਹੋ ਜੇ, ਠੀਕ ਆ, ਤਾਂ ਉਹਦੀ ਇਨਕੁਆਇਰੀ ਕਰਨੀ ਆ ਜਿਹੜੀ ਉਹ ਵੀ ਕੰਮ ਹੁੰਦਾ, ਇਹਦੀ ਡਿਊਟੀ ਆ ਜਾਂਦੀ ਆ ਉਹ ਇੰਟਰਸਟੇਟ ਕਾਊਂਸਲ ਦੀ। ਪਹਿਲਾ ਇਹਦਾ ਡਿਊਟੀ ਆ। ਦੂਸਰਾ ਇਨਵੈਸਟੀਗੇਸ਼ਨ ਕਰਨੀ ਕਾਹਦੇ 'ਚ? ਜਿੱਥੇ ਸਟੇਟ ਪਲੱਸ ਸੈਂਟਰ ਦਾ ਕਾਮਨ ਇੰਟਰਸਟ ਹੋਵੇ। ਕਲੀਅਰ ਆ। ਆਰਟੀਕਲ 263 ਕੀ ਕਹਿੰਦਾ ਮਤਲਬ ਕਿ ਇਹਦੇ 'ਚ ਇੰਟਰਸਟੇਟ ਕਾਊਂਸਲ ਆ ਤਾਂ ਇਹਦੀ ਡਿਊਟੀਜ਼ ਹੁੰਦੀਆਂ ਨੇ ਵੀ ਸਟੇਟ ਦੇ ਜੇ ਕਿਸੇ ਵਿਚਾਲੇ ਡਿਸਪਿਊਟ ਹੋ ਗਿਆ ਉਹਨਾਂ ਦੀ ਇਨਕੁਆਇਰੀ ਕਰਨੀ, ਜਿੱਥੇ ਸਟੇਟ ਐਂਡ ਸੈਂਟਰ ਦਾ ਕੋਈ ਕਾਮਨ ਇੰਟਰਸਟ ਆ ਉਹਨੂੰ ਮਸਲੇ ਨੂੰ ਵੀ ਇਨਵੈਸਟੀਗੇਸ਼ਨ ਕਰਨੀ, ਠੀਕ ਆ। ਤਾਂ ਜਿਹੜਾ ਸਬਜੈਕਟ ਦੇ ਬਾਰੇ ਵੀ ਉਹ ਚੀਜ਼ ਹੈਗੀ ਆ। ਤਾਂ ਬਾਕੀ ਕੋਈ ਰਿਕਮੈਂਡੇਸ਼ਨ ਦੇਣੀ ਜਿਹੜੀ ਕਿ ਉਹਨਾਂ ਦੇ ਸੰਬੰਧਸ ਨੂੰ ਰਿਲੇਸ਼ਨਸ ਨੇ ਜਿਹੜੇ ਤਾਂ ਉਹਨਾਂ ਨੂੰ ਉਹ ਆਪਸ ਦੇ ਵਿੱਚ ਮਜ਼ਬੂਤ ਕੀਤਾ ਜਾ ਸਕਦਾ। ਕਲੀਅਰ ਆ। ਹੁਣ ਦੇਖੋ ਬੱਚੇ ਜਿਹੜਾ ਆਪਾਂ ਇਹਦੇ ਬੈਕਗਰਾਊਂਡ ਦੀ ਗੱਲ ਕਰੀਏ ਮੈਂ ਇਹਨੂੰ ਲਿਖੂੰਗਾ ISC ਯਾਨੀ ਕਿ ਇੰਟਰਸਟੇਟ ਕਾਊਂਸਲ, ਤਾਂ ਇਹਨੂੰ ਮੈਂ ਸ਼ਾਰਟ ਦੇ ਵਿੱਚ ਪਾ ਰਿਹਾ। ਤਾਂ ਇਹਦੇ ਨਾਲ ਹੀ ਰਿਲੇਟਡ ਕਿਹੜਾ ਹੈਗਾ ਸਰਕਾਰੀਆ ਕਮਿਸ਼ਨ। ਹੁਣ ਨਹੀਂ ਭੁੱਲਦੇ ਤੁਸੀਂ ਸਰਕਾਰੀਆ ਕਮਿਸ਼ਨ। ਤਾਂ ਸਰਕਾਰੀਆ ਕਮਿਸ਼ਨ ਕੀ ਕਦੋਂ ਬਣਿਆ ਸੀ? ਇਹ ਸੈਂਟਰ ਸਟੇਟ ਰਿਲੇਸ਼ਨ ਦੇ ਲਈ ਬਣਿਆ ਸੀ। ਇਹਦੇ ਲਈ 1983 ਤੇ ਔਰ 88 ਤੁਸੀਂ ਨੋਟ ਕਰ ਲੈਣਾ। ਤਾਂ ਹੁਣ ਜਿਹੜਾ ਇਹ ਬਣਿਆ ਆਪਣਾ IC ਬੱਚੇ ਮੈਂ ਇਹਨੂੰ ਉੱਤੋਂ ਰੇਜ਼ ਕਰ ਰਿਹਾ, ਠੀਕ ਆ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਜਿਹੜਾ ਇਹ ਸੈਂਟਰ ਬਣਦਾ ਆਪਣਾ ਤਾਂ ਇਹਦੇ ਵਿੱਚ ਦੇਖੋ ਜਿਹੜਾ ਆਪਣਾ ISC ਬਣਦਾ ਤਾਂ ਇਹਦੇ 'ਚ ਕੌਣ ਹੁੰਦਾ? ਦੇਖੋ ਜਿਹੜਾ ਤਾਂ ਇਹਦਾ ਹੁੰਦਾ ਚੇਅਰਮੈਨ, ਮੈਂ ਤੁਹਾਨੂੰ ਕੱਲ੍ਹ ਪਰਸੋਂ ਹੀ ਕਰਾ ਕੇ ਹਟਿਆ ਬੱਚੇ। ਚੇਅਰਮੈਨ ਹੁੰਦੇ ਆ ਇਹਦੇ PM ਸਾਹਿਬ ਔਰ ਸਾਰੀਆਂ ਸਟੇਟਸ ਦੇ CM ਹੁੰਦੇ ਆ, ਆਲ ਸਟੇਟਸ ਦੇ। ਜਿੱਥੇ ਮਤਲਬ ਕਿ ਆਪਣਾ ਸਟੇਟ ਦੇ ਵਿੱਚ ਉਹਦੇ 'ਚ ਯੂਨੀਅਨ ਟੈਰੀਟਰੀ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਹੁੰਦੀ ਆ, ਉੱਥੋਂ ਦੇ ਵੀ CM ਆ ਜਾਂਦੇ ਆ। ਔਰ ਜਿਹੜੀ ਯੂਟੀ ਦੇ ਵਿੱਚ ਆਪਣਾ ਦੂਸਰਾ ਜਿੱਥੇ ਉਹਨਾਂ ਦਾ ਆਪਣਾ ਲੈਜਿਸਲੇਟਿਵ ਅਸੈਂਬਲੀ ਹੈ ਨਹੀਂ ਉੱਥੋਂ ਦੇ ਐਡਮਿਨਿਸਟ੍ਰੇਟਰ ਨੇ ਜਿਹੜੇ ਉਹ ਇਹਦੇ 'ਚ ਸ਼ਾਮਲ ਹੁੰਦੇ ਆ। ਔਰ ਜੇ ਕਿਤੇ ਰਾਸ਼ਟਰਪਤੀ ਰੂਲ ਹੈਗਾ, ਰਾਸ਼ਟਰਪਤੀ ਰੂਲ ਲੱਗਿਆ ਵਾ ਤਾਂ ਉੱਥੇ ਫਿਰ ਉਹ ਤਾਂ CM ਤਾਂ ਹੁੰਦਾ ਨਹੀਂ, ਫਿਰ ਉੱਥੇ ਆ ਜਾਂਦਾ ਗਵਰਨਰ, ਤਾਂ ਉੱਥੋਂ ਦਾ ਗਵਰਨਰ ਹੋਊਗਾ। ਬਾਕੀ ਇਹਦੇ 'ਚ 6 ਸੈਂਟਰਲ ਕੈਬਨਿਟ ਮੰਤਰੀ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜਾ ਹੋਮ ਮਿਨਿਸਟਰ ਹੁੰਦਾ ਉਹਨੂੰ PM ਦੁਆਰਾ ਨੋਮੀਨੇਟ ਕੀਤਾ ਜਾਂਦਾ। ਇਹ ਇੱਕ ਆਪਣਾ ਸਪਾਰਸੀ ਬੋਡੀ ਆ ਬੱਚੇ ਸੰਬੰਧਾਂ ਨੂੰ ਸਹੀ ਕਰਨ ਦੇ ਲਈ,
ठीक आ। और जे गल करिए इन्हां दी जिहड़ी आ काउंसल हुंदी आ ते काउंसल दी मीटिंग एटलीस्ट थराइस इन अ ईयर होनी चाहिदी आ। देखो टवाइस नहीं बच्चे, थराइस एक साल दे विच 3 वार इन्हां दी मीटिंग जानी कि 4-4 महीने ते होनी चाहिदी हुंदी आ। ये कहंदा अपना आर्टिकल 263। ਤਾਂ ਇਹ ਬਿਲਕੁਲ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਬਾਅਦ ਬੱਚੇ ਦੇਖੋ 222 ਤੇ 223 ਆਰਟੀਕਲ, ਇਹਨਾਂ ਦੇ ਵਿੱਚ 222 ਤਾਂ ਮੈਂ ਤੁਹਾਨੂੰ ਕੱਲ੍ਹ ਹੀ ਪਰਸੋਂ ਹੀ ਕਰਾਇਆ, ਟਰਾਂਸਫਰ ਆਫ ਜੱਜਸ ਆਫ ਹਾਈ ਕੋਰਟ। ਤਾਂ ਇਹਦੇ 'ਚ ਟਰਾਂਸਫਰ ਕੀਤੇ ਜਾਂਦੇ ਆ ਜੱਜਸ ਨੇ ਜਿਹੜੇ, ਤੇ ਬਾਕੀ ਇੱਕ ਕਲੀਜ਼ੀਅਮ ਹੁੰਦਾ। ਕਲੀਜ਼ੀਅਮ ਸਿਸਟਮ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਬੱਚੇ, ਉਹਦੇ 'ਚ ਮਤਲਬ ਕਿ ਜੱਜ ਹੁੰਦੇ ਜਿਵੇਂ ਕਿ ਨਿਯੁਕਤੀ ਕਰਨ ਦੇ ਲਈ ਜਿਹੜੇ ਨਾਮ ਰਿਕਮੈਂਡ ਕਰਦੇ ਆ ਤਾਂ ਉਹਨਾਂ ਨੂੰ ਉਹਦੇ ਵਿੱਚ ਰੱਖਿਆ ਜਾਂਦਾ, ਕਲੀਜ਼ੀਅਮ ਬਣਾਇਆ ਜਾਂਦਾ ਹੁੰਦਾ ਉਹਨਾਂ ਦਾ। ਦੇਖੋ ਹੁਣ ਆਪਾਂ ਹੋਰ 2-4 ਆਰਟੀਕਲ ਨੇ ਜਿਹੜੇ ਇੰਪੋਰਟੈਂਟ ਜੇ ਉਹਨਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ ਬੱਚੇ। ਦੇਖੋ ਇੱਕ ਸੁਪਰੀਮ ਕੋਰਟ ਦੀ ਆਪਾਂ ਗੱਲ ਕੀਤੀ, ਸੁਪਰੀਮ ਕੋਰਟ ਦੇ ਬਾਰੇ ਇੱਕ ਆਰਟੀਕਲ ਆਉਂਦਾ 142। ਤਾਂ ਇਹ ਕੀ ਆ ਆਰਟੀਕਲ ਆ ਸੁਪਰੀਮ ਕੋਰਟ ਦਾ। ਤਾਂ ਇਹ ਆਰਟੀਕਲ ਦੇ ਵਿੱਚ ਕਾਫੀ ਕੰਪਲੀਟ ਜਸਟਿਸ ਕੀਤਾ ਜਾਂਦਾ। ਸੁਪਰੀਮ ਕੋਰਟ ਨੂੰ ਇਹ ਪਾਵਰ ਵੱਧ ਦਿੰਦਾ ਕਿ ਕੰਪਲੀਟ ਜਸਟਿਸ ਕੀ ਕਰੇ, ਕੰਪਲੀਟ ਜਸਟਿਸ ਇਨ ਐਨੀ ਕੇਸ। ਠੀਕ ਆ। ਤਾਂ 142 ਯਾਦ ਰੱਖਣਾ ਵੀ ਇਹ ਕਿਹਦੇ ਨਾਲ ਆ, ਸੁਪਰੀਮ ਕੋਰਟ ਦੇ ਨਾਲ ਹੀ ਆ। 143 ਦੇ ਵਿੱਚ ਸਲਾਹ ਮਸ਼ਵਰਾ ਹੁੰਦਾ ਜਿਹੜਾ ਕਿ ਪ੍ਰੈਜ਼ੀਡੈਂਟ ਸਾਹਿਬ ਰੈਫਰ ਕਰਦੇ ਨੇ ਇਹਨਾਂ ਦੇ ਕੋਲੇ, ਸੁਪਰੀਮ ਕੋਰਟ ਦੇ ਕੋਲੇ। ਤਾਂ ਇਹ ਦੋ ਸੀਗੇ ਜਿਹੜੇ ਬਿਲਕੁਲ ਬੱਚੇ ਕਲੀਅਰ ਆ ਤੁਹਾਨੂੰ। ਇਸ ਤੋਂ ਬਾਅਦ ਇੱਕ ਆਰਟੀਕਲ ਤੁਸੀਂ ਯਾਦ ਰੱਖਣਾ 80 ਦਾ 1A। ਇਹਦੇ 'ਚ ਕੀ ਹੁੰਦਾ, ਇਹਦੇ 'ਚ ਬੱਚੇ ਹੁੰਦੇ ਆ ਨੋਮੀਨੇਟ ਮੈਂਬਰ। ਠੀਕ ਆ, ਕਿਉਂਕਿ ਤੁਹਾਨੂੰ ਪਤਾ ਵੀ 79, 80 ਔਰ 81 ਇਹਦੇ 'ਚ ਸੰਸਦ ਆ। ਸੰਸਦ ਤੋਂ ਬਾਅਦ ਆ ਤੁਸੀਂ ਦੱਸਣਾ ਵੀ 80 ਦੇ ਵਿੱਚ ਲੋਕ ਸਭਾ ਜਾਂ ਰਾਜ ਸਭਾ ਕਿਹੜੇ ਦੇ ਵਿੱਚ ਕੀ ਆ। ਠੀਕ ਆ। ਤਾਂ ਹੁਣ ਦੇਖੋ ਬੱਚੇ 81(1)A ਦੀ ਗੱਲ ਕਰ ਰਹੇ ਹਾਂ ਆਪਾਂ। ਇਹਦੇ ਵਿੱਚ ਹੁੰਦੇ ਨੇ 12 ਬੰਦੇ ਨੋਮੀਨੇਟ। ਤਾਂ 12 ਬੰਦੇ ਨੋਮੀਨੇਟ ਕਾਹਦੇ 'ਚ ਹੁੰਦੇ ਆ, RS ਯਾਨੀ ਕਿ ਰਾਜ ਸਭਾ ਦੇ ਵਿੱਚ। ਕਿਸ ਦੇ ਦੁਆਰਾ ਕੀਤੇ ਜਾਂਦੇ ਆ, ਪ੍ਰੈਜ਼ੀਡੈਂਟ ਸਾਹਿਬ ਦੇ ਦੁਆਰਾ। ਤਾਂ 81(1)A ਕਲੀਅਰ ਆ ਤੁਹਾਨੂੰ ਵੀ ਇਹਦੇ 'ਚ ਬੰਦੇ ਨੇ ਜਿਹੜੇ ਨੋਮੀਨੇਟ ਕੀਤੇ ਜਾਂਦੇ ਆ। ਕਲੀਅਰ ਆ। ਦੇਖੋ ਬੱਚੇ ਇਹ ਨੇ ਇੰਪੋਰਟੈਂਟ ਆਰਟੀਕਲ ਹੀ ਆਪਾਂ ਕਰਦੇ ਹਾਂ। ਬਾਕੀ ਦੇਖੋ ਇੱਕ ਆਰਟੀਕਲ ਹੈ 164, ਆਰਟੀਕਲ 164 ਇਹਦਾ ਸਬ ਕਲੌਜ਼ 4। ਇਹ ਆਰਟੀਕਲ ਕੀ ਕਹਿੰਦਾ ਕਿ 6 ਮਹੀਨੇ ਦੇ ਵਿੱਚ ਮੈਂਬਰ ਨਹੀਂ ਬਣਦਾ ਤਾਂ CM ਤਾਂ ਦੂਰ ਮਿਨਿਸਟਰ ਵੀ ਸੀਜ਼ ਕਰ ਦਿੱਤਾ ਜਾਊਗਾ। ਠੀਕ ਆ, ਮਤਲਬ ਸਿੰਪਲ ਸ਼ਬਦਾਂ ਦੇ ਵਿੱਚ ਕੀ ਕਹਿੰਦਾ ਵੀ ਜੇ CM ਬਣ ਸਕਦਾ ਗਾ ਜੇ ਉਹ ਮੈਂਬਰ ਨਹੀਂ ਹੈਗਾ, ਬਟ ਉਹਦੇ ਕੋਲੇ 6 ਮਹੀਨੇ ਦਾ ਸਮਾਂ ਹੁੰਦਾ। ਜੇ ਉਹ 6 ਮਹੀਨਿਆਂ ਦੇ ਵਿੱਚ ਮੈਂਬਰ ਨਹੀਂ ਬਣਦਾ, CM ਦੀ ਪੋਸਟ ਤਾਂ ਜਾਊਗੀ। ਇਸ ਤੋਂ ਬਾਅਦ ਕੋਈ ਜੇ ਮਿਨਿਸਟਰ ਆ ਤਾਂ ਮਿਨਿਸਟਰ ਵੀ ਉਹਨੂੰ ਰਹਿਣ ਨਹੀਂ ਦਿੱਤਾ ਜਾਊਗਾ। ਤਾਂ ਇਹ ਕੀ ਕਹਿੰਦਾ ਗਾ ਆਰਟੀਕਲ 164 ਦਾ ਜਿਹੜਾ 4 ਆ ਉਹ ਇਹ ਗੱਲ ਕਰਦਾ ਗਾ। ਇੱਥੋਂ ਤੱਕ ਬੱਚੇ ਤੁਹਾਨੂੰ ਆਹ ਚੀਜ਼ ਤਾਂ ਕਲੀਅਰ ਹੋਊਗੀ। ਇਸ ਤੋਂ ਬਿਨਾਂ ਜਿਹੜੇ ਹੋਰ ਇੰਪੋਰਟੈਂਟ ਆਰਟੀਕਲ ਨੇ ਆਰਟੀਕਲ 131 ਬੱਚੇ ਬਹੁਤ ਟਾਈਮ ਤੋਂ ਇਹ ਚਰਚਾ ਦੇ ਵਿੱਚ ਰਹਿੰਦਾ ਸੀ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਠੀਕ ਆ। ਔਰ ਇੱਕ ਆਪਣਾ ਹੈਗਾ ਆਰਟੀਕਲ 191E। ਠੀਕ ਆ। ਔਰ ਇਹਦੇ ਨਾਲ ਹੀ ਜੁੜਦਾ ਐਂਟੀ ਡਿਫੈਕਸ਼ਨ ਲਾਅ। ਹੁਣ ਐਂਟੀ ਡਿਫੈਕਸ਼ਨ ਲਾਅ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ 10ਵੇਂ ਸ਼ਡਿਊਲ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਜਿਹੜਾ 10ਵਾਂ ਸ਼ਡਿਊਲ ਆ ਉਹ ਐਂਟੀ ਡਿਫੈਕਸ਼ਨ ਲਾਅ ਦੇ ਨਾਲ ਆ ਕਿ ਅੱਧ ਤੋਂ ਥੱਲੇ ਕੋਈ ਵੀ ਜਿਹੜੇ ਪਾਰਟੀ ਛੱਡ ਕੇ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਐਂਟੀ ਡਿਫੈਕਸ਼ਨ ਲਾਅ ਲੱਗ ਜਾਂਦਾ ਜੇ 2/3 ਹਿੱਸੇ ਤੋਂ ਘੱਟ ਬੰਦੇ ਮੈਂਬਰ ਪਾਰਟੀ ਛੱਡ ਕੇ ਜਾਂਦੇ ਆ, ਜਾਂ ਫਿਰ ਪਹਿਲਾਂ ਆਜ਼ਾਦ ਖੜੇ ਸੀ ਤੇ ਮਤਲਬ ਇਸ ਤੋਂ ਬਾਅਦ ਦੇ ਵਿੱਚ ਉਹਦੇ ਬੱਚੇ ਤੁਹਾਨੂੰ ਮੈਂ ਕਰਵਾਇਆ ਵਾ, ਆਪਣਾ ਅਲੱਗ ਤੋਂ ਮੁੱਦਾ ਰਹਿ ਗਿਆ। ਹੁਣ ਜਿਹੜਾ ਇਹ ਆਰਟੀਕਲ ਆ ਇਹਦੇ 'ਚ ਕਿਹਾ ਜਾਂਦਾ ਵੀ MP MLA ਮਤਲਬ ਜੋ ਵੀ 10ਵੀਂ ਅਨੁਸੂਚੀ ਦੇ ਨਾਲ ਡਿਸਕੁਆਲੀਫਾਈ ਕੀਤੇ ਜਾਂਦੇ ਆ ਉਹਨਾਂ ਨੂੰ ਜਿੰਨਾ ਸਮਾਂ ਬਾਕੀ ਰਹਿੰਦਾ ਉਹਨਾਂ ਚਿਰ ਵੋਟਾਂ 'ਚ ਨਾ ਖੜਨ ਦਿਓ। ਠੀਕ ਆ। ਜਿਹੜੇ ਉਪ ਚੁਣਾਵ ਇਹ ਤੋਂ ਬਾਅਦ ਹੋਣੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਵੋਟਾਂ ਦੇ ਵਿੱਚ ਨਾ ਰਹਿੰਦਾ ਸਮਾਂ ਖੜਨ ਦਿੱਤਾ ਜਾਵੇ। ਤਾਂ ਇਹ ਗੱਲ ਇਹਦੇ ਨਾਲ ਕਰਦੇ ਆ। ਓਕੇ। ਤਾਂ ਦੇਖੋ ਬੱਚੇ ਬਸ ਇਹ ਇੰਪੋਰਟੈਂਟ ਆਪਣੇ ਅੱਜ ਦੇ ਆਰਟੀਕਲ ਸੀਗੇ। ਬਾਕੀ ਇਹ ਤੋਂ ਬਿਨਾਂ ਹੋਰ ਇੰਪੋਰਟੈਂਟ ਆਰਟੀਕਲ ਜਿਹੜੇ ਨਿਊਜ਼ ਦੇ ਵਿੱਚ ਰਹੇ ਆ ਤਾਂ ਉਹਨਾਂ ਨੂੰ ਵੀ ਆਪਾਂ ਤੁਹਾਡੇ ਨਾਲ ਜਲਦ ਹੀ ਕਵਰ ਕਰਾਂਗੇ। ਤਾਂ ਐਵੇਂ ਬੱਚੇ ਆਪਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਇਹ ਟੌਪਿਕ ਨੇ ਆਪਣੇ ਉਹ ਆਪਾਂ ਕਵਰ ਕਰ ਲਾਂਗੇ, ਜਿਹੜੀ ਚੀਜ਼ ਵੀ ਨਿਊਜ਼ ਦੇ ਵਿੱਚ ਰਹੀ ਆ। ਜਿਹੜੇ ਬੱਚੇ ਚੈਨਲ 'ਤੇ ਨਵੇਂ ਜੁੜੇ ਆ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਗਰ ਤੁਹਾਨੂੰ ਕੰਟੈਂਟ ਪਸੰਦ ਆ ਰਿਹਾ ਔਰ ਤੁਹਾਨੂੰ ਆਸਾਨ ਸ਼ਬਦਾਂ ਦੇ ਨਾਲ ਬਿਲਕੁਲ ਪ੍ਰੋਪਰ ਕ੍ਰਿਸਟਲ ਕਲੀਅਰ ਚੀਜ਼ ਹੁੰਦੀ ਚੱਲ ਰਹੀ ਆ ਦੈਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵੀਡੀਓ ਨੂੰ ਚੱਲਦੇ ਦੌਰਾਨ ਲਾਈਕ ਕਰ ਦਿਓ। ਔਰ ਅਗਰ ਕਿਸੇ ਦਾ ਕੋਈ ਡਾਊਟ ਰਹਿੰਦਾ ਦੈਨ ਤੁਸੀਂ ਟਾਈਮਿੰਗ ਪਾ ਕੇ ਕਮੈਂਟ ਕਰ ਸਕਦੇ ਹੋ ਬੱਚੇ। ਜੇ ਇੱਥੇ ਡਾਊਟ ਤੁਹਾਡਾ ਨਹੀਂ ਵੀ ਕਲੀਅਰ ਹੁੰਦਾ ਕਿਉਂਕਿ ਕਈ ਵਾਰ ਕਮੈਂਟ ਬੱਚੇ ਨਹੀਂ ਟਾਈਮ ਲੱਗਦਾ ਦੇਖਣ ਦਾ, ਦੈਨ ਤੁਸੀਂ ਟੈਲੀਗ੍ਰਾਮ 'ਤੇ ਜੁੜ ਸਕਦੇ ਹੋ। ਉਹਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਪਿਆ। ਤਾਂ ਉੱਥੇ ਤੁਸੀਂ ਆਪਣਾ ਕਮੈਂਟ ਆ ਜਿਹੜਾ ਛੱਡ ਸਕਦੇ ਹੋ ਕਿ ਸਾਡਾ ਸਰ ਆਹ ਵੀਡੀਓ ਦੇ ਵਿੱਚ
ਆਹ ਡਾਊਟ ਆ ਤਾਂ ਤੁਹਾਡਾ ਡਾਊਟ ਬਿਲਕੁਲ ਕਲੀਅਰ ਕੀਤਾ ਜਾਊਗਾ। ਨਹੀਂ ਫਿਰ ਤੁਸੀਂ ਸਾਡੇ ਇੰਸਟਾ 'ਤੇ ਜੁੜ ਸਕਦੇ ਹੋ, ਉਹਦਾ ਵੀ ਲਿੰਕ ਆਪਣੀ ਵੀਡੀਓ ਦੇ ਅਤੇ ਆਪਣੇ ਚੈਨਲ ਦੇ ਅਬਾਊਟ ਦੇ ਵਿੱਚ ਪਿਆ ਬੱਚੇ, ਤੁਸੀਂ ਉੱਥੋਂ ਉਹਨੂੰ ਵੀ ਫੋਲੋ ਕਰ ਸਕਦੇ ਹੋ। ਵੀਡੀਓ ਦੇਖਣ ਦੇ ਲਈ ਸਭ ਦਾ ਤਹਿ ਦਿਲੋਂ ਥੈਂਕ ਯੂ ਬੱਚੇ, ਔਰ ਤੁਸੀਂ ਬਣੇ ਰਹੋ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਔਰ ਜਿਹੜੇ ਬੱਚੇ ਨਵੇਂ ਜੁੜੇ ਆ ਦੈਨ ਉਹ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਭੁੱਲਿਓ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਅੱਗੇ ਜ਼ਿਆਦਾ ਤੋਂ ਜ਼ਿਆਦਾ ਚੈਨਲ ਨੂੰ ਸ਼ੇਅਰ ਕਰੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।